बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਖਵਾਜਾ ਗੁਲਾਮ ਫਰੀਦ ਜੀ ਦੀਆਂ ਰਚਨਾਵਾਂ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਕੁਝ ਗੱਲਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਅਤੇ 19ਵੀਂ ਸਦੀ ਦੇ ਸੂਫੀ ਕਾਵਿ ਦੇ ਸ਼੍ਰੋਮਣੀ ਕਵੀ ਖਵਾਜਾ ਗੁਲਾਮ ਫਰੀਦ ਇੱਕ ਅਜਿਹੇ ਵਾਸਤਵਿਕ ਸੂਫੀ ਕਵੀ ਹਨ ਜਿਨ੍ਹਾਂ ਦੇ ਕਲਾਮ ਅਤੇ ਜੀਵਨ ਵਿੱਚ ਇਕਸੁਰਤਾ ਇਕਸਾਰਤਾ ਸੀ। ਆਪ ਗੁਲਾਮ ਫਰੀਦ ਚਾਚੜਾਂ ਵਾਲੇ ਦੇ ਨਾਂ ਨਾਲ ਵੀ ਮਸ਼ਹੂਰ ਹੋਏ। ਆਪ ਦਾ ਜਨਮ 1841 ਈਸਵੀ ਨੂੰ ਮੌਲਾਨਾ ਖੁਦਾ ਬਖਸ਼ ਦੇ ਘਰ ਪਿੰਡ ਚਾਚੜਾਂ ਰਿਆਸਤ ਬਹਾਵਲਪੁਰ ਵਿੱਚ ਹੋਇਆ। ਖਵਾਜਾ ਗੁਲਾਮ ਫਰੀਦ ਅਰਬੀ, ਫਾਰਸੀ, ਉਰਦੂ, ਹਿੰਦੀ ਅਤੇ ਮਾਰਵਾੜੀ ਦੇ ਵਿਦਵਾਨ ਸਨ ਤਾਂ ਉਹਨਾਂ ਦੀਆਂ ਰਚਨਾਵਾਂ ਵਿੱਚ ਵੀ ਝਲਕਦੀ ਹੈ। ਖਵਾਜਾ ਗੁਲਾਮ ਫਰੀਦ ਨੇ 272 ਕਾਫੀਆਂ ਲਿਖੀਆਂ। ਇਹ ਕਾਫੀਆਂ ਅਸਰਾਰ-ਏ ਫਰੀਦੀ ਅਤੇ ਦੀਵਾਨ-ਏ ਫਰੀਦੀ ਪੁਸਤਕਾਂ ਵਿੱਚ ਸੰਗ੍ਰਹਿਤ ਹਨ। ਗਿਣਤੀ ਦੇ ਪੱਖੋਂ ਗੁਲਾਮ ਫਰੀਦ ਨੇ ਸਾਰੇ ਪੰਜਾਬੀ ਸੂਫੀ ਕਵੀਆਂ ਤੋਂ ਵੱਧ ਕਾਫੀਆਂ ਲਿਖੀਆਂ ਹਨ। ਗੁਲਾਮ ਫਰੀਦ ਦੀਆਂ ਕਾਫੀਆਂ ਦੀ ਭਾਸ਼ਾ ਮੁਲਤਾਨੀ ਹੈ। ਇਹਨਾਂ ਦੀਆਂ ਕਾਫੀਆਂ ਸੰਗੀਤਕ ਗੁਣਾਂ ਨਾਲ ਅਲੰਕਾਰਕ ਖੂਬੀਆਂ ਕਰਕੇ ਬਹੁਤ ਮਸ਼ਹੂਰ ਹੋਈਆਂ ਹਨ। ਹਥਲੀ ਪਾਠ ਪੁਸਤਕ ਦੇ ਵਿੱਚ ਗੁਲਾਮ ਫਰੀਦ ਦੀਆਂ ਰਚਨਾਵਾਂ ਵਿੱਚੋਂ ਸਾਵਨ ਬੁੰਦੜੀਆਂ, ਚਰਲਾਵੇ ਅਤੇ ਸਰ ਰਾਂਝਾ ਅਲਬੇਲਾ ਕਾਫੀਆਂ ਲਈਆਂ ਗਈਆਂ ਹਨ। ਸਰ ਰਾਂਝਾ ਅਲਬੇਲਾ ਕਾਫੀ ਵਿੱਚ ਸੂਫੀਆਨਾ ਅੰਦਾਜ਼ ਵਿੱਚ ਗੁਲਾਮ ਫਰੀਦ ਨੇ ਹੀਰ ਦਾ ਰਾਂਝੇ ਨਾਲ ਮੇਲ ਮਿਲਾਪ, ਰਾਂਝੇ ਦਾ ਜੋਗੀ ਹੋਣਾ ਅਤੇ ਆਪਣੇ ਆਪ ਨੂੰ ਉਸਦੀ ਜੋਗਿਆਣੀ ਦੱਸਿਆ ਹੈ। ਰਾਂਝਾ ਨਾਂ ਉਸ ਲਈ ਰੱਬ ਦਾ ਰੂਪ ਹੈ। ਉਹ ਦੁਨੀਆਦਾਰੀ ਛੱਡ ਕੇ ਅੱਲਾ ਦੀ ਬੰਦਗੀ ਵੱਲ ਪ੍ਰੇਰਿਤ ਕਰਦਾ ਹੈ। ਦੁਨੀਆ ਦੇ ਹਾਰ ਸ਼ਿੰਗਾਰ ਕਿਸੇ ਅਰਥ ਨਹੀਂ ਜੇਕਰ ਪਰਮਾਤਮਾ ਨਾਲ ਪਿਆਰ ਨਹੀਂ। ਇਹਨਾਂ ਨੇ ਹੀਰ ਰਾਂਝਾ ਦੇ ਪਿਆਰ ਨੂੰ ਦਰਸਾ ਕੇ ਰੱਬ ਦੀ ਜਿਹੜੀ ਸੱਚੀ ਪ੍ਰੀਤ ਵੱਲ ਸੰਕੇਤ ਕੀਤਾ ਹੈ। ਸਾਵਣ ਬੁੰਦੜੀਆਂ ਚਰਲਾਵੇ ਕਾਫੀ ਵਿੱਚ ਜਿਹੜਾ ਸਾਵਣ ਰੁੱਤ ਦੀ ਸੁੰਦਰਤਾ ਕਿਵੇਂ ਮਨ ਨੂੰ ਮੋਹ ਲੈਂਦੀ ਹੈ, ਬਾਹਰੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਾਵਣ ਰੁੱਤ ਬਿਰਹਣ ਦੀ ਅੰਦਰਲੀ ਰੁੱਤ ਨੂੰ ਕਿਵੇਂ ਹਾਕ ਮਾਰਦੀ ਹੈ, ਸੁਹਾਵਣਾ ਵਾਤਾਵਰਨ ਕਿਵੇਂ ਬਿਰਹਾ ਵਿੱਚ ਤੜਫ ਰਹੀ ਦੁਖਿਆਰੀ ਨੂੰ ਰੋਜ਼ ਜ਼ਿਆਦਾ ਤੜਫਾ ਰਿਹਾ ਹੈ, ਵਰਣਨ ਕੀਤਾ ਗਿਆ ਹੈ। ਚਲੋ ਫਿਰ ਆਪਾਂ ਉਹਨਾਂ ਦੀਆਂ ਰਚਨਾਵਾਂ ਦੇ ਪ੍ਰਸੰਗ ਦੇਖਦੇ ਹਾਂ ਬੱਚਿਓ। ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਖਵਾਜਾ ਗੁਲਾਮ ਫਰੀਦ ਦੀ ਕਾਫੀ ਸਾਵਣ ਬੁੰਦੜੀਆਂ ਚਰਲਾਵੇ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਬਰਸਾਤ ਦੇ ਸੁਹਾਵਣੇ ਵਾਤਾਵਰਨ ਦੇ ਪ੍ਰਭਾਵ ਕਾਰਨ ਬਿਰਹਣ ਦੇ ਮਨ ਵਿੱਚ ਉਪਜੇ ਪ੍ਰੀਤਮ ਤੋਂ ਵਿਛੋੜੇ ਦੇ ਦੁੱਖ ਤੇ ਉਸਦੇ ਮਿਲਾਪ ਦੀ ਤੜਫ ਨੂੰ ਪੇਸ਼ ਕੀਤਾ ਗਿਆ ਹੈ। ਸਾਵਣ ਬੁੰਦੜੀਆਂ ਚਰਲਾਵੇ ਕੂਕ ਕੂਕ ਪਾਪੀੜੇ ਪਪੀਹਾ। ਤਾਂ ਇਸ ਦੇ ਵਿੱਚ ਬੁੰਦੜੀਆਂ ਕਣੀਆਂ ਨੂੰ ਕਿਹਾ ਗਿਆ ਬੱਚੋ, ਬੂੰਦਾਬਾਂਦੀ ਹੁੰਦੀ ਹੈ ਨਾ, ਕਣੀਆਂ। ਚਰਲਾਵੇ ਬਰਸਾਵੇ, ਪਾਪੀੜੇ ਪਾਪੀ, ਠੀਕ ਹੈ ਨਾ। ਕੀ ਕਹਿੰਦੇ ਨੇ ਉਹ ਵੀ ਬਿਰਹਨ ਕਹਿੰਦੀ ਹੈ, ਕੋਈ ਦੁਖਿਆਰੀ ਕਹਿੰਦੀ ਹੈ ਕਿ ਸਾਵਣ ਦਾ ਮਹੀਨਾ ਕਣੀਆਂ ਬਰਸਾ ਰਿਹਾ ਹੈ, ਠੀਕ ਹੈ ਨਾ। ਇਸ ਰੁੱਤ ਵਿੱਚ ਪਾਪੀ ਪਪੀਹਾ ਕੂਕਾਂ ਮਾਰ ਮਾਰ ਕੇ ਤਨ ਨੂੰ ਭੜਕਦੀ ਹੋਈ ਵਿਛੋੜੇ ਦੀ ਅੱਗ ਲਾ ਰਿਹਾ ਹੈ। ਫੂਕ ਫੂਕ ਤਨ ਆਗ ਲਗਾਵੇ, ਠੀਕ ਹੈ ਨਾ। ਅਤੇ ਵੀ ਉਹ ਬੋਲ ਬੋਲ ਕੇ ਕੀ ਕਰ ਰਿਹਾ, ਤਨ ਨੂੰ ਅੱਗ ਲਾ ਰਿਹਾ ਹੈ। ਕੋਇਲ ਕੂੰਜ ਮੁਰਰਵਾ ਬੈਠੇ, ਦਿਲ ਦੁਖਿਆਰੀ ਨੂੰ ਦੁੱਖ ਤਾਵੇ। ਤਾਂ ਫਿਰ ਉਸ ਤੋਂ ਬਾਅਦ ਮੁਹਰਵਾ ਕੀ ਹੁੰਦਾ ਬੱਚੋ, ਮੋਰ ਨੂੰ ਕਿਹਾ ਗਿਆ, ਦੁੱਖ ਦੁੱਖ ਨੂੰ ਕਿਹਾ ਗਿਆ, ਤਾਵੇ ਸਾੜੇ ਤਪਾਵੇ ਬਿਹਾਵੇ ਬਿੱਤੇ। ਤਾਂ ਫਿਰ ਆਲੇ ਦੁਆਲੇ ਦੀ ਇਹ ਸੁਹਾਵਣੀ ਰੁੱਤ ਵਿੱਚ ਖੁਸ਼ ਹੋਈਆਂ ਕੂੰਜਾਂ ਅਤੇ ਕੋਇਲਾਂ ਬੋਲ ਰਹੀਆਂ ਹਨ ਅਤੇ ਮੋਰ ਪਹਿਲਾਂ ਪਾ ਕੇ ਕੂਕ ਰਹੇ ਹਨ। ਪਰ ਇਸ ਬਿਰਹਣ ਦੁਖਿਆਰੀ ਦੇ ਦਿਲ ਨੂੰ ਦੁੱਖ ਬਹੁਤ ਹੀ ਤਪਾ ਰਿਹਾ ਹੈ, ਠੀਕ ਹੈ ਨਾ। ਨੈਣ ਚੈਨ ਸੇ ਝਗੜਤ ਝਗੜਤ, ਤੜਫਤ ਤੜਫਤ ਰਹਿਣ ਬਿਹਾਵੇ। ਤਾਂ ਮੇਰੇ ਨੈਣਾਂ ਦਾ ਤਾਂ ਜਿਵੇਂ ਚੈਨ ਲਗਾਤਾਰ ਝਗੜਾ ਕਰ ਰਿਹਾ ਹੈ, ਠੀਕ ਹੈ ਨਾ। ਉਹ ਸਾਰੀ ਰਾਤ ਤੜਫ ਤੜਫ ਕੇ ਬਿਤਾਉਂਦਾ ਹੈ। ਸੋ ਬਹੁਤ ਸੋਹਣਾ ਲਿਖਿਆ ਬੱਚੋ। ਤਾਂ ਉਸ ਤੋਂ ਬਾਅਦ ਆ ਗਿਆ
ਛਤੀਆਂ ਧੜਕਤ ਜਿਹੜਾ ਲਰਜਤ, ਤੁਧ ਬਿਨ ਕਾਰੀ ਘਟਨ ਡਰਾਵੇ। ਤਾਂ ਉਹ ਕਹਿੰਦੇ ਨੇ ਵੀ ਮਤਲਬ ਜਿਹੜਾ ਸਾਰਾ ਮਾਹੌਲ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਡਰਾਵਣਾ ਹੋਇਆ ਪਿਆ। ਬੱਚੋ ਹਿੰਦੀ ਵਿੱਚ ਲਿਖੀ ਹੋਈ ਹੈ ਇਹਨਾਂ ਨੇ, ਉਰਦੂ ਫਾਰਸੀ, ਠੀਕ ਹੈ, ਮਾਰਵਾੜੀ ਭਾਸ਼ਾ ਹੀ ਵਰਤਦੇ ਸਨ, ਇਸ ਕਰਕੇ ਝਲਕ ਆਪਾਂ ਨੂੰ ਮਿਲ ਰਹੀ ਹੈ ਉਹਨਾਂ ਦੀ ਰਚਨਾਵਾਂ ਤੋਂ। ਅਤੇ ਛਤੀਆ ਦਾ ਮਤਲਬ ਕੀ ਹੁੰਦਾ ਬੱਚੋ, ਛਾਤੀ ਨੂੰ ਕਿਹਾ ਗਿਆ ਹੈ ਨਾ, ਧੜਕਣ ਧੜਕਣਾ, ਜਿਹੜਾ ਜੀ ਨੂੰ ਕਿਹਾ ਗਿਆ, ਠੀਕ ਹੈ, ਲਰਜਤ ਮਤਲਬ ਕੰਬੇ, ਵੀ ਮੇਰਾ ਦਿਲ ਧੜਕ ਰਿਹਾ ਹੈ, ਠੀਕ ਹੈ ਨਾ, ਮੇਰਾ ਦਿਲ ਕੰਬ ਰਿਹਾ ਹੈ। ਤੁਧ ਬਿਨ ਕਾਰੀ ਘਟਨ ਡਰਾਵੇ, ਵੀ ਤੇਰੇ ਬਿਨਾਂ ਜਿਹੜੀ ਕਾਲੀ ਨੂੰ ਕਿਹਾ ਗਿਆ, ਕਾਲੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਮੈਨੂੰ ਉਹ ਬਹੁਤ ਹੀ ਜ਼ਿਆਦਾ ਜਿਹੜੀਆਂ ਮੈਨੂੰ ਡਰਾ ਰਹੀਆਂ ਹਨ। ਰੁਮਝੁਮ ਰੁੱਤ ਬਰਖਾ ਸੋਹੇ, ਅੰਗ ਢੰਗ ਰਸ ਰਾਂਦ ਰਚਾਵੇ। ਮਤਲਬ ਇਸ ਤੋਂ ਬਾਅਦ ਜਿਹੜਾ ਸਾਰਾ ਜਿਹੜਾ ਮਾਹੌਲ ਹੈ ਉਹ ਬਾਰਿਸ਼ ਵਾਲਾ ਹੋਇਆ ਪਿਆ, ਠੀਕ ਹੈ। ਆਲੇ ਦੁਆਲੇ ਖੁਸ਼ੀ ਪਸਰੀ ਹੋਈ ਦੇਖ ਕੇ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਤੇਰੇ ਵਿਛੋੜੇ ਦੇ ਦੁੱਖ ਜਿਹੜੇ ਮੇਰੇ 'ਤੇ ਦਿਨ ਰਾਤ ਬੀਤ ਰਹੇ ਹਨ, ਠੀਕ ਹੈ ਨਾ। ਤਾਂ ਵੀ ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਜਿਹੜਾ ਮੇਰਾ ਪਰਮਾਤਮਾ ਮੈਨੂੰ ਮਿਲੇ, ਠੀਕ ਹੈ ਨਾ। ਰਿਮਝਿਮ ਵਰਦੀ ਹੋਈ ਸੁਹਾਵਣੀ ਵਰਖਾ ਰੁੱਤ ਨੇ ਮੇਰੇ ਅੰਗ ਵਿੱਚ ਰਚ ਕੇ ਖੇਡ ਕੁੱਦ ਨੂੰ ਬਹੁਤ ਹੀ ਦਿਲਚਸਪ ਬਣਾ ਦਿੱਤਾ ਹੈ। ਬੀਤ ਗਏ ਦਿਨ ਰਹਿਣ ਦੁਖਾ ਦੇ, ਕੋਹਰੀ ਪੀਆ ਕੋ ਸੇਜ ਸੁਹਾਵੇ। ਤਾਂ ਉਹ ਕਹਿੰਦੇ ਨੇ ਵੀ ਸਾਰੇ ਜਿਹੜੇ ਉਹ ਨੇ ਦੁੱਖ ਭਰੇ ਦਿਨ ਸਨ ਉਹ ਮੇਰੇ ਬੀਤ ਗਏ ਸਨ, ਠੀਕ ਹੈ ਨਾ, ਤੇਰੇ ਵਿਛੋੜੇ ਵਾਲੇ। ਮੈਂ ਚਾਹੁੰਦੀ ਹਾਂ ਕਿ ਕੋਈ ਮੇਰੇ ਪ੍ਰੀਤਮ ਨੂੰ ਜਾ ਕੇ ਉਹ ਆ ਕੇ ਮੇਰੀ ਸੇਜ ਨੂੰ ਰਸਤਾਇਕ ਬਣਾਵੇ, ਮਤਲਬ ਮੈਨੂੰ ਮਿਲੇ, ਮੇਰਾ ਰੱਬ ਮਿਲੇ। ਪ੍ਰੀਤਮ ਪ੍ਰੀਤ ਫਰੀਦ ਨਾ ਪਾਲੀ, ਅੰਗ ਅੰਗ ਬਿਰਹਨ ਮੁਰਝਾਵੇ। ਤਾਂ ਪਰੰਤੂ ਮੈਨੂੰ ਦੁੱਖ ਹੈ ਕਿ ਮੇਰੇ ਜਿਹੜੇ ਪ੍ਰੀਤਮ ਨੇ ਪ੍ਰੀਤ ਨੂੰ ਨਹੀਂ ਪਾਲਿਆ ਅਤੇ ਉਸ ਦੇ ਵਿਛੋੜੇ ਕਾਰਨ ਮੇਰਾ ਜਿਹੜਾ ਬਿਰਹਨ ਦਾ ਅੰਗ ਅੰਗ ਦੁੱਖ ਵਿੱਚ ਕੁਮਲਾ ਗਿਆ ਹੈ। ਤਾਂ ਰਾਂਦ ਦੁਖੜੇ ਨੂੰ ਕਹਿ ਦਿੱਤਾ ਜਾਂਦਾ ਬੱਚੋ। ਤਾਂ ਆਪਾਂ ਹੁਣ ਦੇਖਦੇ ਕੇਂਦਰੀ ਭਾਵ ਕੀ ਹੈ ਕਿ ਸਾਵਣ ਦੀ ਰੁੱਤ ਦੀ ਰਿਮਝਿਮ ਅਤੇ ਪਪੀਹੇ ਕੁੰਜਾਂ ਕੋਇਲਾਂ ਅਤੇ ਮੋਰਾਂ ਦਾ ਬੋਲਣਾ ਬਿਰਹਨ ਦੇ ਮਨ ਵਿੱਚ ਪ੍ਰੀਤਮ ਦੇ ਵਿਛੋੜੇ ਦੇ ਦੁੱਖ ਨੂੰ ਵਧਾ ਕੇ ਮਿਲਾਪ ਦੀ ਇੱਛਾ ਨੂੰ ਜਗਾਉਂਦਾ ਹੈ। ਉਹ ਬੁਰੀ ਤਰ੍ਹਾਂ ਬੇਚੈਨ ਹੋਈ ਤੜਫਦੀ ਹੈ, ਉਸ ਨੂੰ ਕਾਲੀਆਂ ਘਟਾਵਾਂ ਡਰਾਉਂਦੀਆਂ ਹਨ, ਉਸ ਦਾ ਦਿਲ ਧੜਕਦਾ ਹੈ ਅਤੇ ਨੈਣ ਸਾਰੀ ਰਾਤ ਬੇਚੈਨ ਰਹਿੰਦੇ ਹਨ। ਉਹ ਚਾਹੁੰਦੀ ਹੈ ਕਿ ਉਸ ਦਾ ਪ੍ਰੀਤਮ ਭਾਵ ਰੱਬ ਉਸ ਨੂੰ ਆ ਕੇ ਮਿਲੇ, ਕਿਉਂਕਿ ਉਹ ਰੱਬ ਨੂੰ ਮਿਲਣਾ ਚਾਹ ਰਹੀ ਹੈ, ਇਸ ਕਰਕੇ ਉਹ ਪਰਮਾਤਮਾ ਲਈ ਤੜਫ ਰਹੀ ਹੈ ਬੱਚੋ, ਠੀਕ ਹੈ ਨਾ। ਸੋ ਇਹ ਸਾਰਾ ਉਹਨਾਂ ਨੇ ਕਿਹਾ। ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਰਚਨਾ ਹੈ ਬੱਚੋ ਕਾਫੀ ਹੈ। ਫਿਰ ਅੱਗੇ ਆ ਗਿਆ ਬੱਚੋ ਸਰ ਰਾਂਝਾ ਅਲਬੇਲਾ ਜੋਗੀ ਜਾਦੂ ਕਰਵੇ, ਰਾਵਲ ਬੰਸੀ ਜੋੜ ਸੁਣਾਈ, ਵਿਸਰ ਗਿਉਮ ਕਰ ਬਾਰਵੇ, ਯਾਰ ਰੰਝੇਟੇ ਮੁਰਲੀ ਵਾਹੀ, ਕਰ ਪੇਚ ਹੁਨਰ ਵੇ। ਹੀਰ ਕਹਿੰਦੀ ਹੈ ਕਿ ਮੇਰਾ ਪ੍ਰੀਤਮ ਰਾਂਝਾ ਮਸਤ ਅਲਮਸਤ ਜੋਗੀ ਹੈ, ਉਹ ਤਾਂ ਇੱਕ ਜਾਦੂਗਰ ਹੈ। ਉਸ ਜੋਗੀ ਨੇ ਬੰਸਰੀ ਬੁੱਲ੍ਹਾਂ ਨੂੰ ਲਾ ਕੇ ਅਜਿਹੀ ਵਜਾ ਕੇ ਸੁਣਾਈ ਹੈ ਕਿ ਉਸ ਦੀ ਮਸਤੀ ਵਿੱਚ ਮੈਨੂੰ ਆਪਣਾ ਘਰ-ਬਾਰ ਭੁੱਲ ਗਿਆ ਹੈ, ਠੀਕ ਹੈ ਨਾ। ਤਾਂ ਅਲਬੇਲਾ ਮਤਲਬ ਬਾਂਕੇ ਨੂੰ ਕਿਹਾ ਗਿਆ, ਰਾਵਲ ਰੌਲ ਜੋਗੀ, ਬੰਸੀ ਬੰਸਰੀ ਨੂੰ ਕਿਹਾ ਗਿਆ, ਬਿਸਰ ਭੁੱਲਣਾ ਹੁੰਦਾ ਹੈ, ਠੀਕ ਹੈ ਨਾ। ਗਿਓਮ ਗਿਆ, ਠੀਕ ਹੈ, ਵੀ ਮੈਨੂੰ ਸਭ ਕੁਝ ਘਰ-ਬਾਰ ਆਪਣਾ ਭੁੱਲ ਗਿਆ ਹੈ। ਯਾਰ ਰੰਝੇਟੇ ਮੁਰਲੀ ਵਾਹੀ, ਕਰ ਪੇਚ ਹੁਨਰ ਵੇ, ਠੀਕ ਹੈ ਨਾ, ਵੀ ਮੇਰੇ ਜਿਹੜੇ ਯਾਰ ਰੰਝੇਟੇ ਨੇ ਰਾਂਝੇ ਨੇ ਹੁਨਰ ਦੇ ਪੇਚ ਪਾਉਂਦਿਆਂ ਇਲਾਹੀ ਧੁਨ ਪੈਦਾ ਕਰਕੇ ਅਜਿਹੀ ਵੀਨ ਵਜਾਈ ਹੈ ਕਿ ਉਸਨੇ ਮੈਨੂੰ ਮੋਹ ਕੇ ਰੱਖ ਲਿਆ ਹੈ। ਅਨਹਦ ਬੀਨ ਬਜਾ ਮਨ ਮੋਇਸ ਰੁਲਦੀ ਬੂਟੇ ਝਰਵੇ। ਤਾਂ ਉਹ ਕਹਿੰਦੇ ਨੇ ਵੀ ਮੈਂ ਜਿਹੜੀ ਉਹਨੇ ਇਹੋ ਜਿਹੀ ਵੀਨ ਵਜਾਈ ਹੈ, ਅਨਹਦ ਦਾ ਮਤਲਬ ਕੀ ਹੁੰਦਾ ਬੱਚੋ, ਜਿਹੜੀ ਬਹੁਤ ਵਧੀਆ ਧੁਨ ਹੋਵੇ, ਠੀਕ ਹੈ ਨਾ। ਤਾਂ ਉਸਦੇ ਪ੍ਰਭਾਵ ਮੈਂ ਕਮਲਿਆਂ ਵਾਂਗ ਜੰਗਲਾਂ ਬਿਆਮਾਨਾਂ ਦੇ ਵਿੱਚ ਘੁੰਮ ਰਹੀ ਹਾਂ, ਠੀਕ ਹੈ ਨਾ, ਅਤੇ ਇਸ ਤਰ੍ਹਾਂ ਰੁਲਦੀ ਹਾਂ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਆ ਗਿਆ ਕੰਨੇ ਕੰਨੇ ਪਾਉਂਦੇ ਗਲ ਚੱਪ ਮਾਲਾ, ਰਹਿੰਦੇ ਹੁਸਨ ਨਗਰ ਵੇ। ਤਾਂ ਹੀਰ ਕਹਿੰਦੀ ਹੈ ਕਿ ਮੇਰੇ ਪ੍ਰੀਤਮ ਦੀ ਪਛਾਣ ਇਹ ਹੈ ਕਿ ਉਸਦੇ ਦੋਹਾਂ ਕੰਨਾਂ ਵਿੱਚ ਮੁੰਦਰਾਂ ਹਨ, ਤਾਂ ਗਲ ਵਿੱਚ ਮਾਲਾ ਹੈ। ਤਖਤ ਹਜ਼ਾਰੋਂ ਰਾਂਝਣ ਆਇਆ, ਹੀਰ ਤੱਤੀ ਦੇ ਘਰ ਵੇ। ਉਹ ਉਸ ਹੁਸਨ ਨਗਰ ਤੋਂ ਜਿਸ ਨੂੰ ਤਖਤ ਹਜ਼ਾਰਾ ਆਖਦੇ ਹਨ ਵਿਛੋੜੇ ਵਿੱਚ ਤੜਫ ਰਹੀ ਹੈ, ਠੀਕ ਹੈ ਨਾ।
ਹੀਰ ਤੱਤੀ ਦੇ ਘਰ ਵੇ ਵੀ ਉਹ ਹੀਰ ਤੱਤੀ ਦੇ ਮਤਲਬ ਤੱਤੀ ਦਾ ਮਤਲਬ ਕੀ ਹੁੰਦਾ, ਤੱਤੜੀ ਨੂੰ ਕਹਿ ਦਿੱਤਾ ਜਾਂਦਾ ਬੱਚਿਓ ਵੀ ਬਦਕਿਸਮਤ ਦੇ ਘਰ ਰਾਂਝਾ ਆਇਆ ਹੈ। ਜੋਗਨ ਥੀਸਾ ਖਾਕ ਹਮੇਸ਼ਾ ਰੁਲਸਾ ਸ਼ਹਿਰ ਬਹਿਰਵੇ। ਫਿਰ ਕੀ ਕਹਿੰਦੇ ਨੇ, ਉਸ ਦੀ ਖਾਤਰ ਮੈਂ ਜੋਗਣ ਬਣ ਜਾਵਾਂਗੀ ਅਤੇ ਨਿਰਮਾਣਤਾ ਧਾਰਨ ਕਰਕੇ ਮਿੱਟੀ ਵਿੱਚ ਮਿਲ ਜਾਵਾਂਗੀ, ਸ਼ਹਿਰਾਂ ਅਤੇ ਸਾਗਰਾਂ ਵਿੱਚ ਰੁਲਦੀ ਫਿਰਾਂਗੀ। ਖਾਕ ਦਾ ਮਤਲਬ ਕੀ ਹੁੰਦਾ ਬੱਚੋ, ਮਿੱਟੀ ਹੁੰਦਾ ਹੈ ਨਾ। ਤਾਂ ਫਿਰ ਉਸ ਤੋਂ ਬਾਅਦ ਆ ਗਿਆ ਵੀ ਉਹ ਕਹਿੰਦੀ ਮੈਂ ਰਾਂਝੇ ਤੋਂ ਬਿਨਾਂ ਕਿ ਆਪਣੇ ਜਿਹੜੇ ਸ਼ਹਿਰ ਗਰਾਂ ਦੇ ਵਿੱਚ ਰੁਲਦੀ ਫਿਰਾਂਗੀ। ਫਿਰ ਉਸ ਤੋਂ ਬਾਅਦ ਆ ਗਿਆ ਮਾਂ ਪਿਓ ਛੋੜ ਲੱਗੀ ਲੜ ਤੈਂਡੇ ਸਾਂਵਲ ਕਾਰੀ ਕਰਵੇ। ਠੀਕ ਹੈ ਨਾ, ਸਾਂਵਲ ਪ੍ਰੀਤਮ, ਸਾਂਵਲਾ ਮਤਲਬ ਕਾਲੇ ਰੰਗ ਨੂੰ ਵੀ ਕਹਿ ਦਿੱਤਾ ਜਾਂਦਾ, ਵੀ ਕ੍ਰਿਸ਼ਨ ਨੂੰ ਕਿਹਾ ਗਿਆ ਬੱਚੋ ਇਸ ਦੇ ਵਿੱਚ। ਤਾਂ ਉਹ ਕਹਿੰਦੇ ਨੇ ਵੀ ਮਤਲਬ ਮੈਂ ਬਹੁਤ ਤੇਰੇ ਲਈ ਤੜਫਦੀ ਹਾਂ, ਮੈਂ ਆਪਣੇ ਮਾਪਿਆਂ ਨੂੰ ਵੀ ਛੱਡ ਦਿੱਤਾ ਹੈ। ਠੀਕ ਹੈ ਨਾ, ਤਾਂ ਹੇ ਮੇਰੇ ਸਾਂਵਲ ਪ੍ਰੀਤਮ ਤੂੰ ਮੈਨੂੰ ਮਿਲਣ ਦਾ ਕਾਰਜ ਕਰ। ਬਾਜ ਪਰਿੰਦੇ ਬਾਜ ਨਾ ਕਾਈ ਪੱਠ ਜ਼ੇਵਰ ਪੱਠ ਜ਼ਰਵੇ। ਜ਼ਰ ਰੇਸ਼ਮੀ ਕੀਮਤੀ ਕੱਪੜੇ ਹੁੰਦੇ ਨੇ ਬੱਚੋ। ਤਾਂ ਫਿਰ ਉਹ ਕਹਿੰਦੇ ਨੇ ਵੀ ਮੈਂ ਆਪਣੇ ਪ੍ਰੀਤਮ ਤੋਂ ਬਿਨਾਂ ਕੁਝ ਵੀ ਨਹੀਂ ਹਾਂ, ਉਸ ਤੋਂ ਬਿਨਾਂ ਮੇਰੇ ਹਾਰ ਸ਼ਿੰਗਾਰ ਕਿਸੇ ਕੰਮ ਦੇ ਨਹੀਂ, ਮੇਰੇ ਹਾਰ ਸ਼ਿੰਗਾਰ ਦੇ ਸਭ ਗਹਿਣੇ ਤੇ ਸੋਨਾ ਭੱਠੀ 'ਚ ਪਵੇ। ਠੀਕ ਹੈ ਨਾ, ਇਤਨਾ ਜ਼ੁਲਮ ਮੁਨਾਸਬ ਨਹੀਂ, ਮੁਨਾਸਬ ਮਤਲਬ ਠੀਕ ਨਹੀਂ, ਵੀ ਤੂੰ ਮੇਰੇ 'ਤੇ ਇੰਨਾ ਜ਼ੁਲਮ ਨਾ ਕਰ, ਇਹ ਠੀਕ ਨਹੀਂ ਹੈਗਾ, ਵੀ ਮਤਲਬ ਮੇਰੇ ਤੋਂ ਵਿਛੜਨਾ ਤੂੰ, ਹੈ ਨਾ, ਮੈਂ ਤੇਰੇ ਤੋਂ ਬਿਨਾਂ ਮਤਲਬ ਵਿਛੋੜੇ ਨੂੰ ਸਹਿ ਨਹੀਂ ਸਕਦੀ। ਰੱਬ ਕੋਲੋਂ ਕੁਝ ਡਰ, ਵੀ ਤੂੰ ਰੱਬ ਕੋਲੋਂ ਕੁਝ ਡਰ। ਠੀਕ ਹੈ ਨਾ, ਰਾਂਝਾ ਜੋਗੀ ਮੈਂ ਜੋਗਿਆਣੀ, ਵੀ ਮੇਰਾ ਰਾਂਝਾ ਹੈ ਜਿਹੜਾ ਜੋਗੀ ਬਣ ਗਿਆ, ਮੈਂ ਉਸ ਦੇ ਪਿੱਛੇ ਕੀ ਬਣ ਗਈ ਹਾਂ, ਜੋਗਿਆਣੀ ਬਣ ਗਈ ਹਾਂ। ਡਿਤੜੀ ਇਸ਼ਕ ਖਬਰ ਵੇ। ਠੀਕ ਹੈ ਨਾ, ਵੀ ਸਾਰੇ ਲੋਕਾਂ ਨੂੰ ਇਸ ਦੀ ਖਬਰ ਪਤਾ ਲੱਗ ਗਈ ਹੈ। ਯਾਰ ਫਰੀਦ ਨਾ ਵਿਸਰਮ ਹਰਗਿਜ਼ ਸਿਦਕੀ ਵੈਸਾ ਮਰਵੇ। ਠੀਕ ਹੈ ਨਾ, ਫਿਰ ਉਹ ਕਹਿੰਦੇ ਨੇ ਵੈਸਾ ਕੀ ਹੁੰਦਾ ਬੱਚੋ, ਤੇ ਹੋਣਾ। ਠੀਕ ਹੈ ਨਾ, ਉਹ ਕਹਿੰਦੇ ਨੇ ਵੀ ਚਾਰੇ ਪਾਸੇ ਖਬਰ ਫੈਲ ਗਈ, ਹੇ ਪਿਆਰੇ ਮੈਨੂੰ ਤੇਰੇ ਵਿਛੋੜੇ ਵਿੱਚ ਰਤਾ ਵੀ ਚੈਨ ਨਹੀਂ, ਮੈਨੂੰ ਜਾਪਦਾ ਹੈ ਕਿ ਤੇਰੇ ਮਿਲਾਪ ਵਿੱਚ ਤੜਫਦੀ ਮੈਂ ਮਰ ਜਾਵਾਂਗੀ। ਠੀਕ ਹੈ ਨਾ, ਸੋ ਕੇਂਦਰੀ ਭਾਵ ਕੀ ਹੈ ਬੱਚੋ, ਕਿ ਹੀਰ ਆਪਣੇ ਪ੍ਰੀਤਮ ਰਾਂਝੇ ਦੇ ਪਿਆਰ ਵਿੱਚ ਕਮਲੀ ਹੋਈ ਉਸ ਦੇ ਵਿਛੋੜੇ ਵਿੱਚ ਤੜਫਦੀ ਤੇ ਮਿਲਾਪ ਲਈ ਤਾਂਘਦੀ ਹੈ। ਉਸ ਤੋਂ ਬਿਨਾਂ ਉਸ ਨੂੰ ਆਪਣਾ ਜੀਵਨ ਤੇ ਹਾਰ ਸ਼ਿੰਗਾਰ ਕਿਸੇ ਕੰਮ ਨਹੀਂ ਜਾਪਦਾ। ਉਸ ਦੀ ਪ੍ਰਾਪਤੀ ਲਈ ਉਹ ਨਿਰਮਾਣ ਹੋ ਕੇ ਥਾਂ ਥਾਂ ਰੁਲਦੀ ਫਿਰਦੀ ਹੈ। ਬੱਚੋ ਜਿਹੜਾ ਆਪਾਂ ਪ੍ਰਸੰਗ ਲਿਖਾਂਗੇ ਨਾ ਮੱਧਕਾਲੀਨ ਕਾਵਿ ਝਲਕਾਂ ਵਾਲਾ, ਹੈ ਨਾ, ਉਹ ਅੱਗੇ ਇਸ ਲਿਖ ਕੇ ਪਿੱਛੇ ਆਪਾਂ ਹੀ ਸਤਰਾਂ ਲਿਖਾਂਗੇ। ਠੀਕ ਹੈ ਨਾ, ਜਿਹੜਾ ਇਹ ਵਾਲੀ ਰਚਨਾ ਹੈ। ਸੋ ਇਸ ਦੇ ਵਿੱਚ ਆਪਾਂ ਕਹਿ ਦਾਂਗੇ ਕਿ ਹੀਰ ਆਪਣੇ ਪ੍ਰੀਤਮ ਰਾਂਝੇ ਜੋਗੀ ਦੇ ਵਿਛੋੜੇ ਵਿੱਚ ਉਸ ਦੀ ਜੋਗਿਆਣੀ ਬਣ ਕੇ ਤੜਫਦੀ ਹੈ। ਉਹ ਕਹਿੰਦੀ ਹੈ ਕਿ ਰਾਂਝੇ ਜੋਗੀ ਨੇ ਬੰਸਰੀ ਬੁੱਲ੍ਹਾਂ ਨੂੰ ਲਾ ਕੇ ਅਜਿਹੀ ਧੁਨ ਵਜਾਈ ਹੈ ਕਿ ਜਿਸ ਨੇ ਉਸ ਨੂੰ ਮੋਹ ਲਿਆ ਹੈ, ਉਸ ਨੂੰ ਲੱਭਦੀ ਉਹ ਜੰਗਲਾਂ ਦੇ ਵਿੱਚ ਫਿਰਦੀ ਹੈ, ਕਮਲੀ ਹੋਈ ਪਈ ਹੈ। ਉਹ ਦੱਸਦੀ ਹੈ ਕਿ ਉਸਦੇ ਪ੍ਰੀਤਮ ਦੀ ਪਛਾਣ ਇਹ ਹੈ ਕਿ ਉਸਦੇ ਕੰਨਾਂ ਵਿੱਚ ਮੁੰਦਰਾਂ ਹਨ ਤੇ ਗਲ ਵਿੱਚ ਮਾਲਾ ਹੈ। ਉਹ ਹੁਸਨਾ ਦੇ ਨਗਰ ਤਖਤ ਹਜ਼ਾਰੇ ਤੋਂ ਆਇਆ ਹੈ, ਪਰ ਤੱਤੀ ਦੇ ਘਰ ਆਇਆ ਹੈ। ਤੱਤੀ ਮਤਲਬ ਬਦਕਿਸਮਤ ਦੇ। ਠੀਕ ਹੈ ਨਾ, ਉਸ ਦੀ ਪ੍ਰਾਪਤੀ ਲਈ ਉਹ ਜੋਗਣ ਬਣ ਕੇ ਸ਼ਹਿਰਾਂ ਤੇ ਜੰਗਲਾਂ ਵਿੱਚ ਥਾਂ ਥਾਂ ਰੁਲ ਰਹੀ ਹੈ। ਠੀਕ ਹੈ, ਉਹ ਮਾਪਿਆਂ ਨੂੰ ਛੱਡ ਕੇ ਉਹ ਉਸ ਦੇ ਲੜ ਲੱਗ ਗਈ ਹੈ ਤੇ ਉਹ ਉਸ 'ਤੇ ਤਰਸ ਖਾਵੇ ਤੇ ਉਸ 'ਤੇ ਜਿਹੜਾ ਵਿਛੋੜਾ ਹੈ ਉਸ ਨੂੰ ਖਤਮ ਕਰੇ। ਠੀਕ ਹੈ ਨਾ, ਅਤੇ ਉਸ ਤੋਂ ਬਗੈਰ ਜੋ ਵੀ ਹਾਰ ਸ਼ਿੰਗਾਰ ਨੇ, ਸੋਨਾ, ਉਸ ਨੂੰ ਕੀਮਤੀ ਕੱਪੜੇ ਨੇ, ਬਿਲਕੁਲ ਚੰਗਾ ਨਹੀਂ ਲੱਗ ਰਿਹਾ। ਠੀਕ ਹੈ, ਉਹ ਇੰਨਾ ਜ਼ੁਲਮ ਨਾ ਕਰੇ, ਉਸ 'ਤੇ ਵਿਛੋੜਾ ਨਾ ਪਾਵੇ, ਉਸ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਉਸ ਦੇ ਬਿਨਾਂ ਉਸ ਨੂੰ ਜ਼ਰਾ ਵੀ ਆਰਾਮ ਚੈਨ ਨਹੀਂ ਆ ਰਿਹਾ, ਉਹ ਥਾਂ ਥਾਂ ਰੁਲ ਰਹੀ ਹੈ। ਸੋ ਪ੍ਰਸ਼ਨ ਉੱਤਰ ਦੇਖਦੇ ਹਾਂ ਬੱਚੋ ਆਪਾਂ। ਅਤੇ ਰਚਨਾਵਾਂ ਬਾਰੇ ਪੁੱਛ ਸਕਦੇ ਨੇ ਵੀ ਸਾਵਣ, ਬੁੰਦੜੀਆਂ, ਝਰਲਾਵੇ ਅਤੇ ਸਰ ਰਾਂਝਾ ਅਲਬੇਲਾ ਕਿਹਨਾਂ ਨੇ ਲਿਖਿਆ ਇਹ? ਖਵਾਜਾ ਗੁਲਾਮ ਫਰੀਦ ਜੀ ਨੇ। ਖਵਾਜਾ ਗੁਲਾਮ ਫਰੀਦ ਜੀ ਦੇ ਕਿਸੇ ਇੱਕ ਕਾਫੀ ਦਾ ਨਾਂ ਦੱਸੋ। ਸਾਵਣ, ਬੁੰਦੜੀਆਂ, ਝਰਲਾਵੇ। ਸਰ ਰਾਂਝਾ ਅਲਬੇਲਾ ਕਾਫੀ ਵਿੱਚ ਖਵਾਜਾ ਗੁਲਾਮ ਫਰੀਦ ਨੇ ਕਿਸ ਤੋਂ ਡਰਨ ਲਈ ਸੰਕੇਤ ਕੀਤਾ ਹੈ? ਰੱਬ ਤੋਂ। ਅਤੇ ਇਸ ਦੇ ਵਿੱਚ ਕਿਹਦੀ ਗੱਲ ਕੀਤੀ ਗਈ? ਆਤਮਾ ਅਤੇ ਪਰਮਾਤਮਾ ਦੀ। ਠੀਕ ਹੈ ਨਾ। ਰਾਵਲ ਡੈਸ਼ ਜੋੜ ਸੁਣਾਈ ਵਿਸਰ ਗਿਉ ਕਰ ਬਰਵੇ ਅਤੇ ਬੰਸੀ। ਉਸ ਤੋਂ ਬਾਅਦ ਸਾਵਣ, ਬੁੰਦੜੀਆਂ, ਝਰਲਾਵੇ ਤੁਕ ਤੋਂ ਕੀ ਭਾਵ ਹੈ? ਸਾਵਣ ਵਿੱਚ ਮੀਂਹ ਦੀਆਂ ਕਣੀਆਂ ਵਰਦੀਆਂ ਹਨ। ਬੁੰਦੜੀਆਂ ਮਤਲਬ ਬੂੰਦਾਬਾਂਦੀ ਹੋ ਰਹੀ ਹੈ। ਝਰਲਾਵੇ ਵਰਦੀਆਂ ਹਨ। ਕੋਇਲ, ਕੂੰਜ, ਮੋਰ ਵਰਗੀਆਂ ਮਿੱਠੀਆਂ ਆਵਾਜ਼ਾਂ ਸੁਣ ਕੇ ਬਿਰਹਨ ਨੂੰ
क्यों दुख होंदा है? क्योंकि सारे पंछी खुश हन। ਤਾਂ ਤੁਧ ਬਿਨ ਕਾਰੀ ਘਟਨ ਡਰਾਵੇ ਵਿੱਚ ਕਿਸ ਦਾ ਜਿਹੜਾ ਡਰ ਦਾ ਜ਼ਿਕਰ ਹੈ ਇਸ ਦੇ ਵਿੱਚ, ਅਤੇ ਕਾਲੇ ਬੱਦਲਾਂ ਦੀਆਂ ਘਟਾਵਾਂ ਦਾ। ਬਿਰਹਨ ਦੇ ਦੁੱਖ ਦੇ ਦਿਨ ਰਾਤ ਕਦੋਂ ਖਤਮ ਹੁੰਦੇ ਹਨ? ਜਦੋਂ ਉਸਨੂੰ ਪ੍ਰੀਤਮ ਦਾ ਪਿਆਰ ਮਿਲਦਾ ਹੈ, ਮਤਲਬ ਪ੍ਰੀਤਮ ਨੂੰ ਉਹ ਪਾ ਲੈਂਦੀ ਹੈ, ਭਾਵ ਰੱਬ ਨੂੰ ਪ੍ਰਾਪਤ ਕਰ ਲੈਂਦੀ ਹੈ। ਸੋ ਬੱਚਿਓ ਇਹ ਸਨ ਰਚਨਾਵਾਂ ਖਵਾਜਾ ਗੁਲਾਮ ਫਰੀਦ ਜੀ ਦੀਆਂ, ਠੀਕ ਹੈ ਨਾ। ਸੋ ਤੁਸੀਂ ਸੁਣੀਆਂ ਨੇ, ਉਚਾਰਨ ਦੇ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ, ਜਿਸ ਕਰਕੇ ਮੈਂ ਖਿਮਾ ਦੀ ਤਹਿ ਦਿਲੋਂ ਯਾਚਕ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਸੂਫੀ ਕਾਵਿ ਹੈ ਉਹ ਚੰਗੀ ਤਰ੍ਹਾਂ ਸਮਝ ਆਇਆ ਹੋਏਗਾ ਬੱਚੋ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।